ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਰਹਾਉ ਸਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹ ਸੰਜੋਗ ਵਿਆਹੂ ਵਿਜੋਗ, ਸਚ ਸੰਤਤ ਕਹੋ ਨਾਨਕ ਜੋਗ। ਸਾਹ ਸੰਜੋਗ ਵਿਆਹੂ ਵਿਜੋਗ, ਸਚ ਸੰਤਤ ਕਹੋ ਨਾਨਕ ਜੋਗ। ਗੌੜੀ ਮਹਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਆਪ ਪਾਵਨ ਗੁਰੂ ਸਰੂਪ ਧਾਰਨ ਕੀਤਾ, ਜਿਨ੍ਹਾਂ ਦੀ ਬਾਬਤ ਭੱਟਾਂ ਨੇ ਸਵਈਆਂ ਦੇ ਅੰਦਰ ਬਹੁਤ ਸੁੰਦਰ ਲਿਖਿਆ ਹੈ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਭਾਵੇਂ ਇਹ ਵੀ ਇੱਕ ਸ਼ਾਸਤਰੀ ਸਿਧਾਂਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਹੈ, ਪਰ ਉਸ ਨਿਰੰਕਾਰ ਨੂੰ ਵੀ ਆਕਾਰ ਧਾਰਨ ਕਰਕੇ ਸੰਸਾਰ ਦੇ ਵਿੱਚ ਆਉਣਾ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੌਣ ਸਨ? ਉਹ ਆਪ ਨਿਰੰਕਾਰ ਦਾ ਸਰੂਪ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਲਿਖਿਆ ਹੈ, ਰਵਿਦਾਸ ਤੇ ਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ, ਔਰ ਉਹਨਾਂ ਨੇ ਅੱਗੇ 10 ਜਾਮੇ ਧਾਰਨ ਕੀਤੇ।
ਇੱਕ ਬੜੀ ਹੈਰਾਨੀ ਦੀ ਗੱਲ ਇਹ ਹੈ, ਭਾਵੇਂ ਗੁਰੂ ਨੇ 10 ਜਾਮੇ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ, ਪਰ ਉਹਨਾਂ 10 ਜਾਮਿਆਂ ਦੇ ਅੰਦਰ ਗੁਰੂ ਜੋਤ ਇੱਕ ਹੀ ਵਿਦਮਾਨ ਰਹੀ। ਕਈ ਵਾਰੀ ਸਾਡੇ ਮਨਾਂ ਦੇ ਵਿੱਚ ਭੁਲੇਖੇ ਪੈ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਹਿਲੇ ਸਤਿਗੁਰੂ ਸਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦੂਜੇ ਸਤਿਗੁਰੂ ਸਨ। ਇਸੇ ਤਰ੍ਹਾਂ ਸਿਲਸਿਲੇਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 10ਵੇਂ ਗੁਰੂ ਸਨ। ਕਹਿਣ ਨੂੰ ਤਾਂ ਭਾਵੇਂ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, 6ਵੇਂ, 7ਵੇਂ, 8ਵੇਂ, 9ਵੇਂ, 10ਵੇਂ ਸਤਿਗੁਰੂ ਨੇ, ਪਰ ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਕੇ ਦੇਖਦੇ ਹਾਂ, ਜੋ ਸੱਤੇ ਬਲਵੰਡੇ ਦੀ ਵਾਰ ਦੇ ਵਿੱਚ ਬਚਨ ਲਿਖੇ ਹਨ, ਜੋਤ ਓਹਾ ਜੁਗਤ ਸਾਈ, ਸਹਿ ਕਾਇਆ ਫੇਰ ਪਲਟੀ ਹੈ। ਜਦੋਂ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਸਰਾ ਜਾਮਾ ਧਾਰਨ ਕੀਤਾ, ਜਾਂ ਇਉਂ ਕਹਿ ਦਿਓ ਦੂਸਰੇ ਜਾਮੇ ਦੇ ਵਿੱਚ ਆਪਣੀ ਗੁਰੂ ਜੋਤ ਨੂੰ ਪ੍ਰਕਾਸ਼ਮਾਨ ਕੀਤਾ। ਗੁਰੂ ਤਾਂ ਇੱਕੋ ਹੀ ਸੀ। 10 ਜਾਮੇ ਉਸਨੇ ਧਾਰਨ ਕੀਤੇ ਸਨ। ਜਿਵੇਂ ਕੋਈ ਬਾਦਸ਼ਾਹ ਆਪਣੀ ਪੁਸ਼ਾਕ ਬਦਲ ਲੈਂਦਾ ਹੈ, ਬਾਦਸ਼ਾਹ ਤੇ ਉਹੀ ਰਹਿੰਦਾ ਹੈ। ਇਸੇ ਤਰ੍ਹਾਂ ਗੁਰੂ ਨੇ 10 ਜਾਮੇ ਜ਼ਰੂਰ ਧਾਰਨ ਕੀਤੇ, ਪਰ ਗੁਰੂ ਜੋਤ ਸਾਰਿਆਂ ਦੇ ਵਿੱਚ ਇੱਕੋ ਹੀ ਵਿਦਮਾਨ ਰਹੀ। ਉਹੀ ਗੁਰੂ ਜੋਤ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ। ਇਸੇ ਲਈ ਜੇ ਸਤਿਗੁਰੂ ਦਾ ਆਤਮਕ ਦੀਦਾਰ ਕਿਸੇ ਨੇ ਕਰਨਾ ਹੋਵੇ ਤਾਂ ਸਤਿਗੁਰੂ ਦੀ ਬਾਣੀ ਪੜ੍ਹੋ, ਬਾਣੀ ਦੀ ਵਿਚਾਰ ਕਰੋ, ਤੁਹਾਨੂੰ ਸਤਿਗੁਰੂ ਦੇ ਆਤਮਕ ਜੋਤ ਦੇ ਦਰਸ਼ਨ ਹੋਣਗੇ। ਜੇ ਕਿਸੇ ਨੇ ਗੁਰੂ ਦੇ ਜਿਸਮਾਨੀ ਜਾਂ ਸਰੀਰਕ ਦਰਸ਼ਨ ਕਰਨੇ ਹੋਣ, ਉਹ ਵਡਿਆਈ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੰਤਮ ਸਮੇਂ ਜੋ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ, ਉਹਨਾਂ ਦੇ ਵਿੱਚ ਵੀ ਇਸੇ ਸਿਧਾਂਤ ਨੂੰ ਪ੍ਰਗਟ ਕੀਤਾ ਗਿਆ ਸੀ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਦੀਦਾਰ ਖਾਲਸੇ ਦੇ ਵਿੱਚੋਂ ਸਤਿਗੁਰੂ ਦਾ ਹੁੰਦਾ ਹੈ। ਇਸ ਲਈ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ, ਇਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਤਮਾ ਉਹਨਾਂ ਦੀ ਬਾਣੀ ਵਿੱਚ ਮੌਜੂਦ ਹੈ। ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋਗੇ, ਤੁਹਾਨੂੰ ਉਹਨਾਂ ਦੀ ਆਤਮਕ ਜੋਤ ਦਾ ਦੀਦਾਰ ਹਾਸਲ ਹੋ ਜਾਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੈ। ਆਪ ਸੰਗਤਾਂ ਨੇ ਕੱਲ੍ਹ ਵੀ 2 ਸ਼ਬਦਾਂ ਦੀ ਵਿਚਾਰ ਸਰਵਣ ਕਰੀ ਸੀ ਅਤੇ ਹੁਣ ਗੌੜੀ ਰਾਗ ਦਾ 3ਜਾ ਸ਼ਬਦ ਆਰੰਭ ਹੋ ਰਿਹਾ ਹੈ। ਇਸ 3ਜੇ ਸ਼ਬਦ ਦੇ ਅੰਦਰ ਜੋ ਉਪਦੇਸ਼, ਜੋ ਸਿਧਾਂਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਵੀ ਇੱਕ ਬਹੁਤ ਵਿਲੱਖਣ ਤੇ ਬਹੁਤ ਹੀ ਅਪੂਰਵ ਤੇ ਬਹੁਤ ਹੀ ਵਚਿੱਤਰ ਸਿਧਾਂਤ ਹੈ। ਸੰਸਾਰ ਦੇ ਅੰਦਰ ਸਾਡੇ 2 ਵੱਡੇ ਰਿਸ਼ਤੇ ਹੁੰਦੇ ਹਨ, ਇੱਕ ਦਾਦਕਿਆਂ ਦਾ ਤੇ ਦੂਸਰਾ ਨਾਨਕਿਆਂ ਦਾ।
ਦਾਦਕੇ ਤੇ ਨਾਨਕਿਆਂ ਦੇ ਦੋ ਰਿਸ਼ਤੇ ਸੰਸਾਰ ਦੇ ਵਿੱਚ ਵੱਡੇ ਮੰਨੇ ਗਏ ਹਨ, ਕਿਉਂਕਿ ਦਾਦਕਿਆਂ ਦੇ ਘਰ ਦੇ ਵਿੱਚ ਸਾਡੇ ਪਿਤਾ ਦਾ ਜਨਮ ਹੁੰਦਾ ਹੈ, ਨਾਨਕਿਆਂ ਦੇ ਘਰ ਦੇ ਵਿੱਚ ਮਾਤਾ ਦਾ ਜਨਮ ਹੁੰਦਾ ਹੈ। ਜਦੋਂ ਮਾਤਾ ਪਿਤਾ ਦਾ ਆਨੰਦ ਕਾਰਜ ਹੁੰਦਾ ਹੈ ਤਾਂ ਅੱਗੇ ਅਸੀਂ ਜਨਮ ਲੈਂਦੇ ਹਾਂ। ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਆਇਆ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਸਬੰਧ ਤੋਂ ਬਿਨਾਂ ਕੋਈ ਵੀ ਪੁੱਤਰ ਪੈਦਾ ਨਹੀਂ ਹੋ ਸਕਦਾ। ਠੀਕ ਹੈ, ਦੁਨਿਆਵੀ ਗੱਲਾਂ ਸੰਬੰਧ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਸਾਨੂੰ ਬਹੁਤ ਸੁੰਦਰ ਤੇ ਬੜਾ ਹੀ ਵਚਿੱਤਰ ਉਪਦੇਸ਼ ਦੇ ਰਹੇ ਹਨ, ਇਹਦੇ ਵਿੱਚ ਦੁਨਿਆਵੀ ਰਿਸ਼ਤਿਆਂ ਦੀ ਗੱਲ ਨਹੀਂ। ਇਸ ਪਾਵਨ ਗੁਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਤਮਿਕ ਰਿਸ਼ਤਿਆਂ ਦੀ ਗੱਲ ਕੀਤੀ ਹੈ, ਕਿਉਂਕਿ ਇੱਕ ਸੰਸਾਰਕ ਰਿਸ਼ਤੇ ਹੁੰਦੇ ਨੇ, ਦੂਸਰੇ ਆਤਮਿਕ ਰਿਸ਼ਤੇ ਹੁੰਦੇ ਨੇ। ਇਸ ਸ਼ਬਦ ਦੀ ਉਥਾਨਕਾ ਇਤਿਹਾਸਕ ਪੱਖ ਤੋਂ ਸੰਪਰਦਾਇ ਵਿੱਚ ਮਹਾਂਪੁਰਖੇ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਸਨ। ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਤੇ ਪਿਤਾ ਦਾ ਨਾਮ ਬਾਬਾ ਕਾਲੂ ਜੀ ਸੀ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਵੀ ਹੋਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਹੁਰੇ ਦਾ ਨਾਮ ਭਾਈ ਮੂਲ ਚੰਦ ਸੀ ਅਤੇ ਸੱਸ ਦਾ ਨਾਮ ਚੰਦੋ ਰਾਣੀ ਸੀ, ਤੇ ਜਿਹੜੇ ਗੁਰੂ ਮਹਾਰਾਜ ਦੇ ਮਹਿਲ ਸਨ ਉਹਨਾਂ ਦਾ ਨਾਮ ਮਾਤਾ ਸੁਲੱਖਣੀ ਜੀ ਸੀ। ਤੇ ਗੁਰੂ ਮਹਾਰਾਜ ਦੇ ਦੋ ਸਾਹਿਬਜ਼ਾਦੇ ਵੀ ਸਨ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਇਹ ਤਾਂ ਸਨ ਦੁਨਿਆਵੀ ਰਿਸ਼ਤੇ, ਮਾਤਾ ਪਿਤਾ ਦਾ, ਸੱਸ ਸਹੁਰੇ ਦਾ, ਪਤੀ ਪਤਨੀ ਦਾ, ਪਿਤਾ ਪੁੱਤਰਾਂ ਦਾ। ਇਹਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਗ੍ਰਸਤੀ ਜੀਵਨ ਅਪਣਾਉਣ ਦਾ ਸਾਨੂੰ ਉਪਦੇਸ਼ ਤੇ ਸਿੱਖਿਆ ਪ੍ਰਦਾਨ ਕੀਤੀ ਹੈ, ਤੇ ਨਾਲ ਕੁਝ ਅਸੂਲ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਬਣਾਏ ਨੇ। ਗ੍ਰਸਤੀ ਜੀਵਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਹ ਸਿੱਖ ਧਰਮ ਦੇ ਤਿੰਨ ਬੁਨਿਆਦੀ ਅਸੂਲ ਨੇ। ਕਿਰਤ ਕਰਨੀ ਗ੍ਰਸਤੀ ਦਾ ਧਰਮ ਹੈ। ਨਾਮ ਜਪਣਾ ਇਹ ਵੀ ਗ੍ਰਸਤੀ ਦਾ ਇੱਕ ਧਾਰਮਿਕ ਫਰਜ਼ ਹੈ। ਵੰਡ ਛਕਣਾ ਇਹ ਵੀ ਭਰਾਤਰੀ ਭਾਵ ਨੂੰ ਪੈਦਾ ਕਰਨ ਦਾ ਗੁਰਸਿੱਖੀ ਦੇ ਵਿੱਚ ਸੁਨਹਿਰੀ ਅਸੂਲ ਹੈ। ਇਹਨਾਂ ਤਿੰਨਾਂ ਦੀ ਪਾਲਣਾ ਕਰਨੀ ਹਰ ਗ੍ਰਸਤੀ ਮਾਈ ਭਾਈ ਦਾ ਧਰਮ ਹੈ। ਫਿਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਆਪਣਾ ਆਤਮਿਕ ਪਰਿਵਾਰ ਵੀ ਤੇ ਆਤਮਿਕ ਰਿਸ਼ਤੇ ਵੀ ਕਾਇਮ ਕਰਨੇ ਨੇ। ਕੇਵਲ ਗ੍ਰਸਤੀ ਜੀਵਨ ਨੂੰ ਹੀ ਆਪਣੇ ਜੀਵਨ ਦਾ ਆਦਰਸ਼ ਮੰਨ ਕੇ ਇਹਨਾਂ ਦੀ ਪਾਲਣਾ ਪੋਸ਼ਣਾ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ, ਸਾਰੀ ਸ਼ਕਤੀ, ਸਾਰਾ ਸਮਾਂ ਲਾ ਦੇਣਾ, ਇਹ ਵੀ ਕੋਈ ਸਮਝਦਾਰੀ ਦੀ ਗੱਲ ਨਹੀਂ ਹੈ। ਇਹ ਪਰਿਵਾਰ ਸਾਡਾ ਸੰਸਾਰਕ ਪਰਿਵਾਰ ਹੈ। ਇਹ ਰਿਸ਼ਤੇ ਸਾਡੇ ਸੰਸਾਰਕ ਰਿਸ਼ਤੇ ਨੇ। ਇਸ ਤੋਂ ਕੋਈ ਹੋਰ ਅਗਲੀ ਵੀ ਗੱਲ ਸਾਨੂੰ ਵਿਚਾਰਨੀ ਚਾਹੀਦੀ ਹੈ, ਜਿਸ ਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਨੇ। ਸੰਸਾਰਕ ਦ੍ਰਿਸ਼ਟੀਕੋਣ ਦੇ ਅੰਦਰ ਮਾਤਾ ਪਿਤਾ, ਸੱਸ ਸਹੁਰਾ, ਪਤੀ ਪਤਨੀ, ਪਿਤਾ ਪੁੱਤਰ ਦੇ ਰਿਸ਼ਤੇ ਬਹੁਤ ਨੇੜਦੇ ਮੰਨੇ ਗਏ ਨੇ, ਪਰ ਇੱਧਰ ਅਧਿਆਤਮਿਕ ਖੇਤਰ ਦੇ ਅੰਦਰ ਸਾਡਾ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ,
ਇਹਦੇ ਬਾਰੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਚਾਨਣਾ ਪਾ ਰਹੇ ਹਨ। ਇਸ ਪਾਵਨ ਗੁਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਕਹਿਣਾ ਹੈ, ਹੇ ਵਾਹਿਗੁਰੂ ਜੀ, ਜੇ ਅਸੀਂ ਕੁਛ ਕਹਿਣਾ ਹੈ, ਕਿਉਂਕਿ ਇੱਕ ਸੰਸਾਰਕ ਪਰਿਵਾਰ ਦੀ ਗੱਲ ਹੈ ਤੇ ਦੂਸਰਾ ਆਤਮਿਕ ਪਰਿਵਾਰ ਹੈ। ਜੇ ਅਸੀਂ ਕੁਛ ਕਹਿਣਾ ਵੀ ਹੈ, ਕਿਛ ਕਹਿਣ ਨਾ ਜਾਏ, ਇਹਦੇ ਬਾਰੇ ਕੁਛ ਵੀ ਆਖਿਆ ਨਹੀਂ ਜਾ ਸਕਦਾ, ਕਿਉਂਕਿ ਇੱਕ ਸੰਸਾਰਕ ਪਰਿਵਾਰ ਹੈ ਜਿਸ ਦੇ ਮੋਹ ਪਿਆਰ ਦੇ ਵਿੱਚ ਅਸੀਂ ਸਾਰੇ ਹੀ ਫਸੇ ਹੋਏ ਹਾਂ, ਤੇ ਦੂਸਰਾ ਆਤਮਿਕ ਪਰਿਵਾਰ ਹੈ ਜਿਹਦੇ ਬਾਰੇ ਅਸੀਂ ਬਹੁਤ ਘੱਟ ਹੀ ਧਿਆਨ ਦਿੰਦੇ ਹਾਂ। ਹਜ਼ੂਰ ਕਹਿੰਦੇ ਕਹਿਣਾ ਹੈ, ਉਸ ਆਤਮਿਕ ਪਰਿਵਾਰ ਦੇ ਬਾਰੇ ਅਸੀਂ ਕੁਛ ਕਹਿਣਾ ਚਾਹੁੰਦੇ ਹਾਂ, ਕਿਛ ਕਹਿਣ ਨਾ ਜਾਏ, ਪਰ ਉਹਦੇ ਬਾਰੇ ਕੁਛ ਆਖਿਆ ਵੀ ਨਹੀਂ ਜਾ ਸਕਦਾ। ਕਹਿਣ ਦਾ ਇਰਾਦਾ ਜ਼ਰੂਰ ਹੈ, ਕਹਿਣ ਦਾ ਫਰਜ਼ ਜ਼ਰੂਰ ਹੈ, ਪਰ ਉਹਦੇ ਬਾਰੇ ਸਹੀ ਰੂਪ ਦੇ ਵਿੱਚ ਕੁਛ ਬਿਆਨ ਕਰਨਾ ਬਹੁਤ ਔਖੀ ਗੱਲ ਹੈ। ਤਉ ਕੁਦਰਤ ਕੀਮਤ ਨਹੀਂ ਪਾਏ। ਹਜ਼ੂਰ ਕਹਿੰਦੇ ਹੈ, ਵਾਹਿਗੁਰੂ ਜੀ, ਤੇਰੀ ਕੁਦਰਤ ਬੇਅੰਤ ਹੈ, ਤੇਰੀ ਕੁਦਰਤ ਮਹਾਨ ਹੈ, ਕਿਉਂਕਿ ਕੁਦਰਤ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ। ਇਸੇ ਕੁਦਰਤ ਨੂੰ ਮਾਇਆ ਵੀ ਆਖਿਆ, ਪ੍ਰਕਿਰਤੀ ਵੀ ਆਖਿਆ, ਸ਼ਕਤੀ ਦਾ ਵੀ ਨਾਮ ਦਿੱਤਾ ਗਿਆ ਹੈ। ਵਾਹਿਗੁਰੂ ਦੀ ਕੁਦਰਤ ਮਹਾਨ ਹੈ। ਕੁਦਰਤ ਕਰਕੇ ਵਸਿਆ ਸੋਏ। ਉਸ ਕੁਦਰਤ ਦੁਆਰਾ ਹੀ ਕਾਦਰ ਨੇ ਸੰਸਾਰ ਦੀ ਰਚਨਾ ਕੀਤੀ। ਆ ਜਿਹੜੇ ਸਾਡੇ ਪਰਿਵਾਰ ਨੇ, ਇਹ ਵੀ ਕੁਦਰਤ ਦੀ ਦੇਣ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਤਉ ਕੁਦਰਤ ਕੀਮਤ ਨਹੀਂ ਪਾਏ। ਹੇ ਵਾਹਿਗੁਰੂ ਜੀ, ਜਿਹੜੀ ਤੁਹਾਡੀ ਕੁਦਰਤ ਹੈ, ਤੁਹਾਡੀ ਕੁਦਰਤ ਬੇਅੰਤ ਹੈ, ਇਹਦੀ ਕੋਈ ਵੀ ਕੀਮਤ ਨਹੀਂ ਪਾਈ ਜਾ ਸਕਦੀ। ਹੁਣ ਜਦੋਂ ਵਾਹਿਗੁਰੂ ਦੀ ਕੁਦਰਤ ਦੀ ਗੱਲ ਆਪਾਂ ਕਰਦੇ ਹਾਂ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਸਿਰਜੇ ਨੇ। ਕੋਈ ਇਸ ਦੀ ਕੀਮਤ ਪਾ ਸਕਦਾ ਹੈ, ਕੋਈ ਇਸ ਦਾ ਅੰਤ ਪਾ ਸਕਦਾ ਹੈ। ਵੱਡੇ ਵੱਡੇ ਸਾਇੰਸਦਾਨ ਵੀ ਇਸ ਗੱਲ ਨੂੰ ਮੰਨ ਕੇ ਹੈਰਾਨ ਹੁੰਦੇ ਨੇ ਕਿ ਵਾਹਿਗੁਰੂ ਦੀ ਰਚਨਾ, ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਭਾਵੇਂ ਸਾਇੰਸਦਾਨਾਂ ਨੇ ਚੰਦਰਮਾ 'ਤੇ ਵੀ ਚਲੇ ਗਏ, ਮੰਗਲ ਗ੍ਰਹਿ 'ਤੇ ਵੀ ਪਹੁੰਚ ਗਏ ਨੇ, ਪਰ ਅੱਗੇ ਵਾਹਿਗੁਰੂ ਦੀ ਕੁਦਰਤ ਕਿੰਨੀ ਕੁ ਮਹਾਨ ਹੈ, ਉਹਦੇ ਬਾਰੇ ਕੁਝ ਵੀ ਕਹਿਣਾ ਉਹਨਾਂ ਦੇ ਵੱਸੋਂ ਗੱਲ ਬਾਹਰ ਹੈ। ਉਹ ਇਸ ਦੇ ਬਾਰੇ ਯਥਾਰਥ ਰੂਪ ਦੇ ਵਿੱਚ ਕੁਝ ਵੀ ਨਹੀਂ ਦੱਸ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਦੇਖ ਲਓ, ਤਕਰੀਬਨ 550 ਤੋਂ ਵੱਧ ਸਾਲ ਹੋ ਗਏ ਨੇ। ਕੁਦਰਤ ਦੇ ਬਾਰੇ ਸਤਿਗੁਰੂ ਨੇ ਪਹਿਲਾਂ ਹੀ ਬਹੁਤ ਕੁਝ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਅਸੀਂ ਕੰਨਾਂ ਨਾਲ ਸੁਣਦੇ ਹਾਂ, ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੈ। ਅਸੀਂ ਅੱਖਾਂ ਨਾਲ ਵੇਖਦੇ ਹਾਂ, ਇਹ ਵੀ ਇੱਕ ਕੁਦਰਤ ਦਾ ਜਲਵਾ ਹੈ। ਜੋ ਵੀ ਕੁਝ ਹੋ ਰਿਹਾ ਹੈ ਨਾ, ਉਸ ਦਾ ਕੁਦਰਤ ਨਾਲ ਸੰਬੰਧ ਹੈ। ਕੁਦਰਤ ਪਰਮੇਸ਼ਰ ਦੀ ਸ਼ਕਤੀ ਨੂੰ ਕਹਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੀ ਕੁਦਰਤ ਬੇਅੰਤ ਹੈ, ਉਹਦੀ ਕੀਮਤ ਕੋਈ ਵੀ ਨਹੀਂ ਬਿਆਨ ਕਰ ਸਕਦਾ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਹੁਣ ਜਿੱਥੇ ਸਾਡੇ ਦੁਨਿਆਵੀ ਰਿਸ਼ਤੇ ਨੇ, ਸੰਸਾਰਕ ਰਿਸ਼ਤੇ ਨੇ,
ਉੱਥੇ ਉਸ ਦੇ ਨਾਲ ਨਾਲ ਆਤਮਿਕ ਰਿਸ਼ਤਿਆਂ ਦੀ ਸਾਂਝ ਪਾਉਣ ਦੀ ਸਿੱਖਿਆ ਸਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ। ਗੌੜੀ ਰਾਗ ਵਿੱਚ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਸਿੱਖੋ, ਮਾਤਾ ਮਤ, ਜਿੱਥੇ ਆਤਮਿਕ ਰਿਸ਼ਤਿਆਂ ਦੀ ਗੱਲ ਹੈ ਉਥੇ ਮਾਤਾ ਮਤ ਜਿਹੜੀ ਸ੍ਰੇਸ਼ਟ ਮਤ ਹੈ, ਗੁਰੂ ਦੀ ਬਖਸ਼ੀ ਮਤ ਹੈ, ਅਥਵਾ ਜਿਹੜੀ ਵਿਵੇਕ ਵਾਲੀ ਬੁੱਧੀ ਹੈ, ਇਹ ਮਾਨੋ ਸਾਡੀ ਮਾਤਾ ਹੈ। ਪਿਤਾ ਸੰਤੋਖ, ਤੇ ਜਿਹੜਾ ਸੰਤੋਖ ਹੈ ਇਹ ਸਾਡਾ ਪਿਤਾ ਹੈ। ਕਿਉਂਕਿ ਗਿਆਨ ਪ੍ਰਗਟ ਕਰਨ ਦੇ ਲਈ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਇਹ ਮਾਤਾ ਦਾ ਅਸਥਾਨ ਲੈਂਦੀ ਹੈ, ਤੇ ਜਿਹੜਾ ਸੰਤੋਖ ਦਾ ਗੁਣ ਹੈ ਇਹ ਪਿਤਾ ਦਾ ਅਸਥਾਨ ਲੈਂਦਾ। ਕਿਉਂਕਿ ਸ਼ੁੱਧ ਬੁੱਧੀ ਤੋਂ ਬਿਨਾਂ ਗਿਆਨ ਨਹੀਂ ਹਾਸਲ ਹੋ ਸਕਦਾ, ਤੇ ਸੰਤੋਖ ਤੋਂ ਬਿਨਾਂ ਸਿਮਰਨ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿੰਨਾ ਚਿਰ ਤੱਕ ਬੰਦੇ ਦੇ ਮਨ ਵਿੱਚ ਸੰਤੋਖ ਨਹੀਂ, ਉਨਾ ਚਿਰ ਤੱਕ ਕਦੇ ਵੀ ਬਾਣੀ ਵਿੱਚ, ਸਿਮਰਨ ਦੇ ਵਿੱਚ ਮਨ ਨਹੀਂ ਜੁੜ ਸਕਦਾ। ਕਿਉਂਕਿ ਜਿਹੜੀ ਤ੍ਰਿਸ਼ਨਾ ਹੈ ਇਹ ਸਾਡੇ ਮਨ ਨੂੰ ਉਡਾਈ ਫਿਰਦੀ ਹੈ। ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਹ ਤ੍ਰਿਸ਼ਨਾ ਦੇ ਕਾਰਨ ਸਾਡਾ ਮਨ ਦੌੜਿਆ ਫਿਰਦਾ ਹੈ। ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਇਹ ਮਾਤਾ ਹੈ, ਤੇ ਜਿਹੜਾ ਸੰਤੋਖ ਹੈ, ਇੱਕ ਬਾਹਰੋਂ ਸੰਤੋਖ ਧਾਰਨ ਕੀਤਾ ਜਾਂਦਾ ਹੈ, ਇੱਕ ਜਿਹੜਾ ਅੰਦਰਲਾ ਸੰਤੋਖ ਹੈ, ਮਨ ਦੇ ਵਿੱਚ ਕੋਈ ਇੱਛਾ ਪੈਦਾ ਹੀ ਨਾ ਹੋਣੀ, ਮਨ ਦਾ ਪੂਰਨ ਸਬਰ ਤੇ ਸ਼ੁਕਰ ਦੀ ਭਾਵਨਾ ਦੇ ਨਾਲ ਲਬਰੇਜ਼ ਹੋ ਜਾਣਾ, ਇਹ ਅੰਦਰਲਾ ਸੰਤੋਖ ਹੈ। ਹਜ਼ੂਰ ਕਹਿੰਦੇ ਨੇ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਇਹ ਸਾਡੀ ਮਾਤਾ ਹੈ। ਪਿਤਾ ਸੰਤੋਖ, ਤੇ ਜਿਹੜਾ ਸੰਤੋਖ ਹੈ, ਜਿਹੜਾ ਅੰਦਰਲਾ ਆਤਮਕ ਸੰਤੋਖ ਹੈ, ਇਹ ਉਸ ਗਿਆਨ ਰੂਪੀ ਪੁੱਤਰ ਨੂੰ ਪੈਦਾ ਕਰਨ ਦੇ ਲਈ ਸਾਡਾ ਪਿਤਾ ਹੈ। ਸਤ ਭਾਈ ਕਰ ਇਹੋ ਵਿਸੇਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਰਿਸ਼ਤਾ ਭਰਾਵਾਂ ਦਾ ਵੀ ਹੁੰਦਾ ਹੈ। ਸਤ ਭਾਈ, ਜਿਹੜਾ ਸੱਚ ਹੈ, ਇਹ ਸਾਡਾ ਭਾਈ ਦਾ ਅਰਥ ਭਰਾ ਹੈ। ਸਤ ਭਾਈ ਕਰ ਇਹ ਵਿਸ਼ੇਖ, ਇਹ ਅਸੀਂ ਵਿਸ਼ੇਸ਼ ਕਰਕੇ ਆਪਣਾ ਆਤਮਿਕ ਪਰਿਵਾਰ ਬਣਾਇਆ ਹੋਇਆ, ਜਿਹਦੇ ਵਿੱਚ ਆਤਮ ਵਿਸ਼ੈਣੀ ਬੁੱਧੀ ਸਾਡੀ ਮਾਂ ਹੈ, ਸੰਤੋਖ ਸਾਡਾ ਪਿਤਾ ਹੈ, ਸੱਚ ਸਾਡਾ ਭਰਾ ਹੈ। ਇਹ ਅਸੀਂ ਵਿਸ਼ੇਸ਼ ਕਰਕੇ ਇੱਕ ਆਤਮਿਕ ਪਰਿਵਾਰ ਸਿਰਜਿਆ ਹੈ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਕਹਿਣਾ ਹੈ, ਅਸੀਂ ਇਹਦੇ ਬਾਰੇ ਕੁਝ ਕਹਿਣਾ ਹੈ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਕੁਝ ਕਹਿਣ ਨਾ ਜਾਏ। ਜਿਹੜੇ ਆਤਮਿਕ ਰਿਸ਼ਤੇ ਨੇ ਉਹਨਾਂ ਦੇ ਬਾਰੇ ਕੁਝ ਆਖਿਆ ਵੀ ਨਹੀਂ ਜਾ ਸਕਦਾ। ਸੰਸਾਰਕ ਰਿਸ਼ਤਿਆਂ ਦੀ ਗੱਲ ਨੂੰ ਅਸੀਂ ਝੱਟ ਸਮਝ ਲੈਂਦੇ ਹਾਂ। ਮਾਤਾ ਪਿਤਾ ਕੌਣ ਨੇ, ਭੈਣ ਭਰਾ ਕੌਣ ਨੇ, ਸੱਸ ਸਹੁਰਾ ਕਿਸ ਨੂੰ ਕਹਿੰਦੇ ਹਨ, ਅੱਗੇ ਪਿਤਾ ਪੁੱਤਰ ਦੇ ਕੀ ਰਿਸ਼ਤੇ ਹੁੰਦੇ ਨੇ, ਇਹਨਾਂ ਨੂੰ ਅਸੀਂ ਸਾਰੇ ਹੀ ਸਮਝ ਲੈਂਦੇ ਹਾਂ। ਪਰ ਹਜ਼ੂਰ ਕਹਿੰਦੇ ਜਿੱਥੇ ਆਤਮਿਕ ਪਰਿਵਾਰ ਦੀ ਗੱਲ ਹੈ, ਕਹਿਣਾ ਹੈ, ਇਹਦੇ ਬਾਰੇ ਅਸੀਂ ਕਹਿਣਾ ਜ਼ਰੂਰ ਹੈ, ਪਰ ਇਹਦੇ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ।
ਤੋ ਕੁਦਰਤ ਕੀਮਤ ਨਹੀਂ ਪਾਏ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਤੇਰੀ ਕੁਦਰਤ ਬੇਅੰਤ ਹੈ। ਇਹ ਜਿਹੜੇ ਦੁਨਿਆਵੀ ਰਿਸ਼ਤੇ ਨੇ ਇਹ ਵੀ ਕੁਦਰਤ ਦੀ ਦੇਣ ਹੈ, ਤੇ ਜਿਹੜੇ ਆਤਮਿਕ ਰਿਸ਼ਤੇ ਨੇ ਇਹ ਵੀ ਤੁਹਾਡੀ ਕੁਦਰਤ ਦੀ ਦੇਣ ਹੈ। ਉਸ ਕੁਦਰਤ ਦੇ ਬਾਰੇ ਅਸੀਂ ਉਸ ਕੁਦਰਤ ਦੀ ਕੀਮਤ ਕਿਸੇ ਪਾਸੋਂ ਵੀ ਪਾਈ ਨਹੀਂ ਜਾ ਸਕਦੀ, ਤੇ ਨਾ ਹੀ ਉਹਨਾਂ ਰਿਸ਼ਤਿਆਂ ਦੇ ਬਾਰੇ ਕੋਈ ਸਹੀ ਰੂਪ ਦੇ ਵਿੱਚ ਕੁਛ ਆਖਿਆ ਹੀ ਜਾ ਸਕਦਾ ਹੈ। ਸਰਮ ਸੁਰਤ ਦੋਏ ਸਸੁਰ ਭਏ। ਰਹਾਉ ਵਿਸਰਾਮ ਦੇ ਕੇ ਹਜ਼ੂਰ ਹੁਣ ਅੱਗੇ ਫਰਮਾਉਂਦੇ ਨੇ ਵੀ ਗੁਰਮੁਖੋ ਸਰਮ ਸੁਰਤ, ਇਹ ਜਿਹੜਾ ਸਰਮ ਸ਼ਬਦ ਹੈ ਇੱਕ ਫਾਰਸੀ ਦਾ ਲਫ਼ਜ਼ ਹੈ ਸ਼ਰਮ, ਜਿਸ ਦਾ ਅਰਥ ਹੁੰਦਾ ਹੈ ਲੱਜਿਆ, ਤੇ ਸ਼ਰਮ ਦਾ ਅਰਥ ਗੁਰਸਿੱਖ ਵਿਦਵਾਨ ਵੈਰਾਗ ਵੀ ਕਰਦੇ ਨੇ। ਵੈਰਾਗ ਪੁਲਿੰਗ ਸ਼ਬਦ ਹੈ, ਇਹ ਸਾਡਾ ਸਹੁਰਾ ਹੈ, ਕਿਉਂਕਿ ਬਿਨ ਵੈਰਾਗ ਨਾ ਛੂਟਸ ਮਾਇਆ। ਵੈਰਾਗ ਤੋਂ ਬਿਨਾਂ ਮਾਇਆ ਦਾ ਮੋਹ ਨਹੀਂ ਟੁੱਟ ਸਕਦਾ। ਵੈਰਾਗ ਦਾ ਮਤਲਬ ਹੈ ਜਿਹੜੀ ਮਾਇਆ ਦੇ ਮੋਹ ਤੋਂ ਨਿਰਲੇਪ ਅਵਸਥਾ, ਇਸ ਨੂੰ ਵੈਰਾਗ ਕਹਿੰਦੇ ਨੇ। ਸੰਸਾਰ ਦਾ ਮੋਹ ਟੁੱਟ ਜਾਣਾ ਗਿਆਨ ਪ੍ਰਾਪਤੀ ਦੇ ਲਈ ਇਹ ਸਹੁਰਾ ਹੈ। ਤੇ ਸੁਰਤ, ਜਿਹੜੀ ਸਾਡੀ ਸੁਰਤ ਹੈ ਇਹ ਮਾਨੋ ਸਾਡੀ ਸੱਸ ਹੈ। ਵੈਰਾਗ ਸਹੁਰਾ ਹੈ, ਤੇ ਜਿਹੜੀ ਸਾਡੀ ਆਤਮਿਕ ਸੁਰਤ ਦਾ ਅਰਥ ਸਮਝ ਹੈ, ਆਤਮਿਕ ਸੋਝੀ ਹੈ, ਇਹ ਸਾਡੀ ਸੱਸ ਹੈ। ਇਹ ਸਰਮ ਸੁਰਤ ਵੈਰਾਗ ਤੇ ਆਤਮਿਕ ਸੂਝ, ਇਹ ਦੋਵੇਂ ਹੀ ਸੱਸ ਤੇ ਸਹੁਰਾ ਸਾਡੇ ਬਣ ਗਏ ਨੇ, ਕਿਉਂਕਿ ਆਤਮਿਕ ਰਿਸ਼ਤਿਆਂ ਦੀ ਗੱਲ ਚੱਲ ਰਹੀ ਹੈ। ਕੁਛ ਵਿਦਵਾਨਾਂ ਨੇ ਜਿਹੜਾ ਸਰਮ ਸ਼ਬਦ ਹੈ ਇਹਨੂੰ ਸੰਸਕ੍ਰਿਤ ਦਾ ਸ਼ਰਮ ਸ਼ਬਦ ਮੰਨ ਕੇ ਇਹਦਾ ਅਰਥ ਪਰਿਸ਼ਰਮ ਉਦੋਂ ਵੀ ਕੀਤਾ ਹੈ। ਸਰਮ ਸੁਰਤ ਦੋ ਸਸਰ ਪਏ। ਸਰਮ ਦਾ ਅਰਥ ਹੈ ਜਿਹੜਾ ਸਗਲ ਉਦਮ ਹੈ, ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ। ਜਿਹੜਾ ਇਹ ਨਾਮ ਜਪਣ ਦਾ ਉਦਮ ਹੈ ਇਹ ਇੱਕ ਸਹੁਰਾ ਹੈ। ਤੇ ਦੂਸਰੇ ਪਾਸੇ ਜਿਹੜੀ ਸੁਰਤ ਹੈ ਜਿਸ ਨੇ ਸ਼ਬਦ ਦੇ ਨਾਲ ਜੁੜ ਕੇ ਅੱਗੇ ਗਿਆਨ ਨੂੰ ਪੈਦਾ ਕਰਨਾ ਹੈ, ਇਹ ਸੁਰਤ ਸਾਡੀ ਸੱਸ ਹੈ। ਇਉਂ ਜਿਹੜਾ ਸ਼ਰਮ ਦਾ ਅਰਥ ਪਰਿਸ਼ਰਮ ਹੈ, ਨਾਮ ਜਪਣ ਦਾ ਉਦਮ ਹੈ, ਇਹ ਮਾਨੋ ਸਾਡਾ ਸਹੁਰਾ ਹੈ। ਤੇ ਜਿਹੜੀ ਗੁਰੂ ਦਾ ਨਾਮ ਜਪਣ ਵਾਲੀ ਸੁਰਤ ਹੈ ਇਹ ਮਾਨੋ ਸਾਡੀ ਸੱਸ ਬਣ ਗਈ ਹੈ। ਕਰਨੀ ਕਾਮਣ ਕਰ ਮਨ ਲਏ। ਫਿਰ ਤੁਹਾਡੀ ਕਾਮਣ ਦਾ ਅਰਥ ਹੈ ਇਸਤਰੀ। ਤੁਹਾਡੀ ਇਸਤਰੀ ਕਿਹੜੀ ਹੈ? ਲੋ ਹਜ਼ੂਰ ਕਹਿੰਦੇ ਨੇ ਕਰਨੀ ਕਾਮਣ ਕਰ ਮਨ ਲਏ। ਅਸੀਂ ਮਨ ਕਰਕੇ, ਕਰਨੀ ਦਾ ਅਰਥ ਹੈ ਜੋ ਵਾਹਿਗੁਰੂ ਦੀ ਭਗਤੀ ਹੈ। ਨਿਜ ਭਗਤੀ ਸੀਲਵੰਤੀ ਨਾਰ, ਭਗਤੀ ਨੂੰ ਗੁਰਬਾਣੀ ਵਿੱਚ ਇਸਤਰੀ ਦਾ ਦਰਜਾ ਦਿੱਤਾ ਗਿਆ ਹੈ। ਕਰਨੀ ਕਾਮਣ ਕਰ ਮਨ ਲਏ, ਜਿਹੜੀ ਮਨ ਕਰਕੇ ਵਾਹਿਗੁਰੂ ਦੀ ਕਰਨੀ ਭਗਤੀ ਕਰਨੀ ਹੈ। ਕਾਮਣ ਲਏ, ਇਹ ਅਸੀਂ ਕਾਮਣ ਦਾ ਅਰਥ ਹੈ ਆਪਣੀ ਇਸਤਰੀ ਬਣਾ ਲਈਏ। ਵਾਹਿਗੁਰੂ ਦੀ ਭਗਤੀ ਕਰਨੀ, ਮਨ ਕਰਕੇ ਭਗਤੀ ਕਰਨੀ, ਕਿਉਂਕਿ ਇੱਕ ਅਸੀਂ ਉੱਪਰੋਂ ਵੀ ਭਗਤੀ ਕਰਦੇ ਹਾਂ। ਜਿਵੇਂ ਬਗਲਾ ਉੱਤੋਂ ਅੱਖਾਂ ਮੀਟ ਲੈਂਦਾ, ਕਲਾਦੇ ਭਾਰ ਖਲੋ ਜਾਂਦਾ ਹੈ, ਤੇ ਉਹਦੀ ਭਗਤੀ ਪਖੰਡ ਦੀ ਭਗਤੀ ਹੈ। ਤੇ ਜਿਹੜੀ ਅਸਲੀ ਭਗਤੀ ਹੈ ਉਹ ਜਦੋਂ ਸ਼ੁੱਧ ਭਾਵਨਾ ਦੇ ਨਾਲ, ਕੋਈ ਮਨ ਦੇ ਵਿੱਚ ਲਾਲਚ ਨਹੀਂ, ਕੋਈ ਸਵਾਰਥ ਨਹੀਂ, ਕੋਈ ਲੋਭ ਨਹੀਂ, ਕੋਈ ਪਾਪ ਨਹੀਂ, ਕੋਈ ਵਿਕਾਰ ਨਹੀਂ, ਸ਼ੁੱਧ ਭਾਵਨਾ ਦੇ ਨਾਲ ਜਿਹੜੀ ਅਸੀਂ ਭਗਤੀ ਕਰਦੇ ਹਾਂ ਉਹਦੇ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਉਹਦੇ ਨਾਲ ਹੀ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਮਨ ਕਰਕੇ ਕਰਨੀ ਦਾ ਅਰਥ ਹੈ ਜਿਹੜੀ ਵਾਹਿਗੁਰੂ ਦੀ ਭਗਤੀ ਹੈ। ਭਗਤੀ ਦਾ ਅਰਥ ਮਹਾਂਪੁਰਖ ਕਰਦੇ ਸਨ ਪੈ ਤੇ ਪਾਉ ਵਿੱਚ ਰਹਿਣਾ। ਪੈ ਤੇ ਪਾਉ ਦੋ ਗੁਣ ਨੇ ਜਿਨ੍ਹਾਂ ਰਾਹੀਂ ਪਰਮਾਤਮਾ ਨੂੰ ਮਿਲਿਆ ਜਾਂਦਾ ਹੈ। ਭਗਤੀ 9 ਪ੍ਰਕਾਰ ਦੀ ਵੀ ਧਰਮ ਗ੍ਰੰਥਾਂ ਵਿੱਚ ਲਿਖੀ ਮਿਲਦੀ ਹੈ, ਜਿਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਣ। ਬੈਠ ਕੇ ਬਾਣੀ, ਕੀਰਤਨ, ਜਸ, ਕਥਾ ਨੂੰ ਸਰਵਣ ਕਰਨਾ ਇਹ ਵੀ ਇੱਕ ਭਗਤੀ ਹੈ। ਬੈਠ ਕੇ ਸਿਮਰਨ ਕਰਨਾ
ਇਹ ਵੀ ਇੱਕ ਭਗਤੀ ਹੈ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਹਰੀ ਜਸ ਕਰਨਾ, ਇਹ ਵੀ ਇੱਕ ਭਗਤੀ ਹੈ। ਗੁਰੂ ਦੇ ਚਰਨਾਂ ਦੀ ਸੇਵਾ, ਇਹ ਵੀ ਇੱਕ ਭਗਤੀ ਹੈ। ਗੁਰੂ ਨੂੰ ਚੰਦਨ ਛਿੜਕਣਾ, ਸਪਰੇਅ ਕਰਨੀ, ਇਹ ਵੀ ਇੱਕ ਭਗਤੀ ਹੈ। ਦਾਸਾ ਭਾਵ ਧਾਰਨ ਕਰਕੇ ਗੁਰੂ ਦੀ ਸੇਵਾ ਕਰਨੀ, ਇਹ ਵੀ ਇੱਕ ਭਗਤੀ ਹੈ। ਗੁਰੂ ਨੂੰ ਆਪਣਾ ਮਿੱਤਰ ਸਮਝ ਕੇ ਗੁਰੂ ਦੇ ਨਾਲ ਪਿਆਰ ਕਰਨਾ, ਇਹ ਵੀ ਇੱਕ ਭਗਤੀ ਹੈ। ਗੁਰੂ ਦੇ ਚਰਨਾਂ 'ਤੇ ਮੱਥਾ ਟੇਕਣਾ, ਡੰਡੌਤ ਕਰਨੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਇਹ ਵੀ ਇੱਕ ਭਗਤੀ ਹੈ। ਅਤੇ ਆਪਣਾ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਤਾਨ ਮਾਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ, ਇਹ ਵੀ ਇੱਕ ਭਗਤੀ ਹੈ। ਇਸ ਲਈ ਇਹ 9 ਪ੍ਰਕਾਰ ਦੀ ਭਗਤੀ ਧਰਮ ਗ੍ਰੰਥਾਂ ਵਿੱਚ ਲਿਖੀ ਹੈ। ਇੱਕ ਪ੍ਰੇਮਾ ਭਗਤੀ ਹੁੰਦੀ ਹੈ। ਪ੍ਰੇਮਾ ਭਗਤੀ ਦਾ ਅਰਥ ਹੈ ਮੈਂ ਤੋਂ ਪਰੇ ਹੋ ਜਾਣਾ, ਆਪਣੀ ਮੈਂ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ ਬਸ ਸੇਵਾ ਦੇ ਵਿੱਚ ਹੀ ਲਟ ਬੌਰੇ ਹੋ ਜਾਣਾ, ਇਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ। ਇੱਕ ਪਰਾ ਭਗਤੀ ਹੈ। ਪਰਾ ਭਗਤੀ ਉਸ ਨੂੰ ਕਹਿੰਦੇ ਨੇ ਬਈ ਸੰਸਾਰ ਦੇ ਮੋਹ ਨੂੰ ਛੱਡ ਕੇ ਇੱਕੋ ਪਾਸੇ ਹੀ ਲੱਗ ਜਾਣਾ, ਇਹਨੂੰ ਪਰਾ ਭਗਤੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਕਰਨੀ ਕਾਮਣ ਕਰ ਮਨ ਲਏ, ਜਿਹੜੀ ਮਨ ਕਰਕੇ ਭਗਤੀ ਕਰਨੀ ਹੈ, ਦਿਖਾਵੇ ਲਈ ਨਹੀਂ। ਕਈ ਦਿਖਾਵੇ ਲਈ ਮਾਲਾ ਹੱਥ ਵਿੱਚ ਪਾ ਲੈਂਦੇ ਨੇ, ਦਿਖਾ ਕੇ ਲੋਕਾਂ ਨੂੰ ਵੀ ਅਸੀਂ ਬਹੁਤ ਭਗਤੀ ਕਰਦੇ ਹਾਂ, ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਨੇ। ਪਰ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਛ ਨਾਹੀਂ। ਇਹ ਦਿਖਾਵੇ ਦੀ ਭਗਤੀ ਨਾਲ ਕਦੇ ਰੱਬ ਨਹੀਂ ਮਿਲਦਾ, ਨਾ ਕਦੀ ਗਿਆਨ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਮਨ ਕਰਕੇ ਵਾਹਿਗੁਰੂ ਦੀ ਭਗਤੀ ਕਰਨੀ ਹੈ, ਇਹੀ ਅਸੀਂ ਕਾਮਣ ਦਾ ਅਰਥ ਹੈ ਇਸਤਰੀ ਧਾਰਨ ਕਰ ਲਈ ਹੈ। ਭਗਤੀ ਨੂੰ ਅਸੀਂ ਆਪਣੀ ਘਰਵਾਲੀ ਵਾਈਫ ਬਣਾ ਲਿਆ ਹੈ। ਸਾਹ ਸੰਜੋਗ ਵਿਆਹੋ ਵਿਜੋਗ। ਲਓ ਹੁਣ ਕਹਿੰਦੇ ਵਿਆਹ ਤੋਂ ਪਹਿਲਾਂ ਸਾਹਾ ਸੁਧਵਾਇਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ। ਵਿਆਹ ਤੋਂ ਬਾਅਦ ਅੱਗੇ ਸੰਤਾਨ ਪੈਦਾ ਹੁੰਦੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਭਗਤੀ ਨੂੰ ਆਪਣੀ ਇਸਤਰੀ 'ਤੇ ਬਣਾ ਲਿਆ ਹੈ ਅਤੇ ਸਾਹਾ ਕਿਵੇਂ ਸੁਧਾਇਆ ਗਿਆ, ਵਿਆਹ ਕਿਵੇਂ ਹੋਇਆ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਹਾ ਸੰਜੋਗ, ਜਿਹੜਾ ਸਤਿਪੁਰਸ਼ਾਂ ਦੇ ਨਾਲ ਮਿਲਾਪ ਹੋਇਆ ਇਹ ਮਾਨੋ ਸਾਹਾ ਸੁਧਵਾਇਆ ਗਿਆ ਹੈ। ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦਾ ਲੜ ਫੜ ਲੈਂਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਇਹ ਮਾਨੋ ਸਾਹਾ ਸੁਧਵਾਇਆ ਗਿਆ। ਅਤੇ ਵਿਆਹੋ ਵਿਜੋਗ, ਅਤੇ ਜਦੋਂ ਮਨੁੱਖ ਭਗਤੀ ਕਰਕੇ ਸਿਮਰਨ ਕਰਕੇ ਕੁਝ ਸੰਗਤ ਨਾਲੋਂ ਵਿਕਾਰਾਂ ਦੇ ਨਾਲੋਂ ਆਪਣਾ ਨਾਤਾ ਤੋੜ ਲਵੇ, ਵਿਆਹੋ, ਫਿਰ ਉਹਦਾ ਵਿਆਹ ਹੋ ਜਾਂਦਾ ਹੈ। ਕਿਉਂਕਿ ਵਿਆਹ ਦੇ ਸਮੇਂ ਇੱਕ ਪਾਸੇ ਪਤੀ ਪਤਨੀ ਦਾ ਸੰਜੋਗ ਹੁੰਦਾ ਹੈ, ਦੂਸਰੇ ਪਾਸੇ ਜਿਹੜੇ ਹੋਰ ਰਿਸ਼ਤਿਆਂ ਦਾ ਵਿਜੋਗ ਵੀ ਨਾਲ ਹੀ ਹੁੰਦਾ ਹੈ। ਮਾਤਾ ਪਿਤਾ ਭੈਣ ਭਰਾ ਦੇ ਰਿਸ਼ਤੇ ਉਦੋਂ ਛੱਡਣੇ ਪੈਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦਾ ਮਿਲਾਪ ਹੈ, ਸਤਸੰਗਤ ਦਾ ਸੰਜੋਗ ਹੈ, ਇਹ ਸਾਹਾ ਸੁਧਵਾਇਆ ਗਿਆ ਹੈ। ਅਤੇ ਜਦੋਂ ਭਗਤੀ ਕਰਕੇ ਸਿਮਰਨ ਕਰਕੇ ਅਸੀਂ ਪਰਿਵਾਰ ਦਾ ਮਾਇਆ ਦਾ ਮੋਹ ਛੱਡ ਦਿੱਤਾ, ਇਹੀ ਮਾਨੋ ਸਾਡਾ ਵਿਆਹ ਹੋਇਆ, ਆਨੰਦ ਕਾਰਜ ਹੋਇਆ ਹੈ। ਸੱਚ ਸੰਤਤ ਕਹੋ ਨਾਨਕ ਜੋਗ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੋਗ, ਇਸ ਸੰਬੰਧ ਦਾ ਸਦਕਾ ਸੱਚ ਸੰਤਤ, ਜਿਹੜੀ ਸੱਚੀ ਸੰਤਾਨ ਹੈ ਉਹ ਹੁਣ ਸਾਡੇ ਘਰ ਦੇ ਵਿੱਚ ਪੈਦਾ ਹੋ ਗਈ ਹੈ। ਉਹ ਸੱਚੀ ਸੰਤਾਨ ਕਿਹੜੀ ਹੈ? ਉਹ ਹੈ ਗਿਆਨ, ਵਾਹਿਗੁਰੂ ਦਾ ਗਿਆਨ ਪ੍ਰਗਟ ਹੋ ਜਾਣਾ। ਇਹ ਸੱਚੀ ਸੰਤਾਨ ਹੈ, ਇਹ ਸੱਚੀ ਔਲਾਦ ਹੈ। ਜਿਹੜਾ ਗਿਆਨ ਹੈ 2 ਪ੍ਰਕਾਰ ਦਾ ਮੰਨਿਆ ਗਿਆ ਹੈ। ਇੱਕ ਪਰੋਕਸ਼ ਗਿਆਨ ਹੁੰਦਾ ਹੈ, ਦੂਸਰਾ ਅਪਰੋਕਸ਼ ਗਿਆਨ ਹੁੰਦਾ ਹੈ। ਪਰੋਕਸ਼ ਗਿਆਨ ਦਾ ਮਤਲਬ ਇਹ ਹੈ ਬਈ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਵੀ ਅਕਾਲ ਪੁਰਖ ਵਾਹਿਗੁਰੂ ਹੈ। ਅਤੇ ਅਪਰੋਕਸ਼ ਗਿਆਨ ਉਸ ਨੂੰ ਕਹਿੰਦੇ ਨੇ ਵੀ ਉਸ ਨੂੰ ਪ੍ਰਤੱਖ ਅੱਖਾਂ ਦੇ ਨਾਲ ਵੇਖ ਲੈਣਾ। ਜਿਵੇਂ ਹੁਣ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠੇ ਹਾਂ
ਸਾਨੂੰ ਪਤਾ ਹੈ ਬਾਹਰ ਸੂਰਜ ਛਿਪ ਰਿਹਾ ਹੈ, ਇੱਥੇ ਬੈਠਿਆਂ ਵੀ ਸਾਨੂੰ ਪਤਾ ਹੈ। ਇਹਨੂੰ ਕਹਿੰਦੇ ਨੇ ਅਪਰੋਕਸ਼ ਗਿਆਨ। ਤੇ ਫਿਰ ਜਦੋਂ ਬਾਹਰ ਜਾ ਕੇ ਆਪਾਂ ਵੇਖ ਲਈਏ ਹਾਂ ਵਾਕਿਆ ਹੀ ਸੂਰਜ ਛਿਪ ਰਿਹਾ ਹੈ, ਇਹਨੂੰ ਅਪਰੋਕਸ਼ ਗਿਆਨ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਅਪਰੋਕਸ਼ ਤੇ ਅਪਰੋਕਸ਼ ਗਿਆਨ ਹੈ, ਇਹੀ ਇੱਕ ਸੰਤਾਨ ਹੈ ਆਤਮਕ ਪਰਿਵਾਰ ਦੀ। ਕਿਉਂਕਿ ਜਿੰਨੇ ਵੀ ਦੁਨਿਆਵੀ ਰਿਸ਼ਤੇ ਨੇ, ਖਾਸ ਕਰਕੇ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ, ਵੀ ਇਹਦਾ ਅਸਲੀ ਜਿਹੜਾ ਰਿਜ਼ਲਟ ਹੈ ਉਹ ਅੱਗੇ ਚੰਗੀ ਸੰਤਾਨ ਪੈਦਾ ਕਰਨਾ ਹੀ ਹੁੰਦਾ ਹੈ। ਇੱਧਰ ਪਰੋਖ ਤੇ ਅਪਰੋਕਸ਼ ਗਿਆਨ ਰੂਪੀ ਜਿਹੜੀ ਚੰਗੀ ਸੰਤਾਨ ਇਹ ਸਾਡੇ ਘਰ ਦੇ ਵਿੱਚ ਪੈਦਾ ਹੋ ਗਈ ਹੈ। ਇਹ ਐਸਾ ਆਤਮਕ ਪਰਿਵਾਰ ਹੈ ਸਾਡਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸ਼ਬਦ ਹੈ ਇਹ ਉਸ ਵੇਲੇ ਉਚਾਰਨ ਕੀਤਾ ਗਿਆ ਹੈ। ਇਹਦੇ ਬਾਰੇ ਕੁਝ ਵਿਦਵਾਨਾਂ ਦਾ, ਇਤਿਹਾਸਕਾਰਾਂ ਦਾ ਇਹ ਵੀ ਇੱਕ ਖਿਆਲ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਦੋਂ ਵਿਆਹ ਦੀ ਗੱਲ ਚੱਲੀ, ਮਾਤਾ ਪਿਤਾ ਨੇ ਵਿਆਹ ਦੀ ਗੱਲ ਤੋਰੀ, ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਬਈ ਸਾਡੇ ਤੇ ਮਾਤਾ ਪਿਤਾ ਆਤਮਕ ਰਿਸ਼ਤੇ ਪਹਿਲਾਂ ਹੀ ਬਣੇ ਹੋਏ ਨੇ। ਠੀਕ ਹੈ, ਜੋ ਵਾਹਿਗੁਰੂ ਦਾ ਹੁਕਮ ਹੈ ਉਹਦੇ ਨਾਲ ਸੰਸਾਰਕ ਰਿਸ਼ਤੇ ਵੀ ਬਣ ਜਾਣਗੇ, ਪਰ ਸਾਡੇ ਤਾਂ ਪਹਿਲਾਂ ਹੀ ਸਾਡਾ ਤੇ ਵਿਆਹ ਹੋ ਚੁੱਕਿਆ ਹੈ, ਪਹਿਲਾਂ ਹੀ ਸਾਡੇ ਤੇ ਸੱਸ ਸਹੁਰਾ ਬਣ ਚੁੱਕੇ ਨੇ, ਸਾਡੀ ਸੰਤਾਨ ਵੀ ਪਹਿਲਾਂ ਹੀ ਪੈਦਾ ਹੋ ਚੁੱਕੀ ਹੈ। ਉਸ ਆਤਮਕ ਪਰਿਵਾਰ ਦੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤੀ। ਲਓ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਸ਼ਬਦ ਦੁਆਰਾ ਕੀ ਉਪਦੇਸ਼ ਦਿੰਦੇ ਹਨ, ਉਹ ਵੀ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਗੌੜੀ ਮਹੱਲਾ ਪਹਿਲਾ। ਪੌਣਾ ਪਾਣੀ ਅਗਨੀ ਕਾ ਮੇਲ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਕਥਾਵਾਚਕ, ਕੋਈ ਪ੍ਰਚਾਰਕ, ਕੋਈ ਪੰਡਤ, ਤੁਸੀਂ ਗਿਆਨੀ ਕਹਿ ਦਿਓ, ਕੋਈ ਗਿਆਨੀ ਪੁਰਸ਼ ਆਇਆ ਹੈ ਜਿਹੜਾ ਕੋਈ ਬਾਣੀ ਪੜ੍ਹੇ, ਕਥਾ ਕਰੇ, ਵਿਖਿਆਨ ਕਰੇ, ਉਹਨੂੰ ਆਪਾਂ ਗਿਆਨੀ ਕਹਿ ਦਿੰਦੇ ਹਾਂ। ਗਿਆਨੀ ਦਾ ਅਖਰੀ ਅਰਥ ਹੁੰਦਾ ਹੈ ਗਿਆਨਵਾਨ। ਵਿਦਵਾਨ ਦਾ ਅਰਥ ਹੁੰਦਾ ਹੈ ਜਿਸ ਨੂੰ ਸ਼ਾਸਤਰਾਂ ਦਾ ਗਿਆਨ ਹੋਵੇ।